ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰ ਸਿੰਘ। ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਇਸ ਸ਼ੋਅ ਦੇ ਵਿੱਚ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਸ ਵਾਰ ਅਸੀਂ ਗੱਲਬਾਤ ਕਰਾਂਗੇ ਸਟੂਡੈਂਟਸ ਬਾਰੇ, ਕਿਉਂਕਿ ਅਲੱਗ-ਅਲੱਗ ਸੈਕਟਰਸ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਸਟੂਡੈਂਟਸ ਦੇ ਉੱਤੇ ਫੋਕਸ ਕਰੀਏ। ਸਾਡੇ ਕਈ ਦਰਸ਼ਕ ਜਾਣਨਾ ਚਾਹੁੰਦੇ ਨੇ ਜੋ ਸਟੂਡੈਂਟ ਵੀਜ਼ਾ ਵਾਸਤੇ ਅਮਰੀਕਾ ਜਾਣਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਇੱਕ ਤਾਂ ਸਭ ਤੋਂ ਪਹਿਲਾਂ ਪ੍ਰੋਸੈਸ ਕੀ ਹੈ, ਐਲੀਜੀਬਿਲਿਟੀ ਕਿੱਦਾਂ ਹੈ, ਤੇ ਉਸ ਤੋਂ ਬਾਅਦ ਇੰਟਰਵਿਊਜ਼ ਵਾਸਤੇ ਕਿੱਦਾਂ ਤਿਆਰੀ ਕਰਨੀ ਹੈ, ਉਹਨਾਂ ਨੇ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ, ਕਿਹੜੀ ਸਟਰੀਮ ਦੇ ਵਿੱਚ ਜ਼ਿਆਦਾ ਡਿਮਾਂਡ ਹੈ, ਕੀ ਕਰਨਾ ਚਾਹੀਦਾ ਓਵਰਆਲ। ਸੋ ਅੱਜ ਅਸੀਂ ਥੋੜਾ ਬਹੁਤ ਇੰਟਰਵਿਊ ਪ੍ਰੈਪਰੇਸ਼ਨ ਉੱਪਰ ਜ਼ਿਆਦਾ ਫੋਕਸ ਕਰਾਂਗੇ, ਬਿਕਾਜ਼ ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਇੰਟਰਵਿਊਜ਼ ਕਲੀਅਰ ਨਹੀਂ ਕਰ ਪਾਉਂਦੇ, ਲਗਾਤਾਰ ਨਿਰਾਸ਼ ਹੁੰਦੇ ਨੇ। ਔਰ ਰੈਗੂਲਰਲੀ ਆਫਿਸ ਦੇ ਵਿੱਚ ਅਸੀਂ ਬਹੁਤ ਵਾਰੀ ਵੇਖਿਆ ਕਿ 2-4-5 ਵਾਰੀ ਸਟੂਡੈਂਟਸ ਰਿਫਿਊਜ਼ਲ ਦਾ ਸਾਹਮਣਾ ਕਰਦੇ ਨੇ, ਔਰ ਉਸ ਤੋਂ ਬਾਅਦ ਥੋੜਾ ਜਿਹਾ ਉਹਨਾਂ ਨੂੰ ਪਾਲਿਸ਼ ਕਰਨਾ ਹੁੰਦਾ, ਬਹੁਤ ਕੁਇਕਲੀ ਵੀਜ਼ਾਸ ਲੈ ਕੇ ਆ ਜਾਂਦੇ ਆ। ਸੋ ਸੰਦੀਪ ਜੀ, ਬਹੁਤ ਸ਼ੁਕਰੀਆ ਇਸ ਚੈਨਲ ਦਾ ਕਿ ਤੁਸੀਂ USA ਸਟੂਡੈਂਟਸ ਨੂੰ ਖਾਸ ਤਵੱਜੋ ਦਿੱਤੀ ਹੈ, ਤਾਂ ਕਿ ਜਿਹੜੇ ਬਹੁਤ ਸਾਰਾ ਜਿਹੜਾ ਸਾਡਾ ਯੂਥ ਹੈ ਉਹ ਅੱਜ ਦੀ ਘੜੀ ਦੇ ਵਿੱਚ ਵੀ ਬਾਹਰ ਦਾ ਰੁੱਖ ਕਰਦਾ ਹੈ। ਔਰ USA ਇੱਕ ਐਸਾ ਡੈਸਟੀਨੇਸ਼ਨ ਹੈ ਜਿਹਦੇ ਵਿੱਚ ਵੀਜ਼ਾਸ ਕਾਫੀ ਈਜ਼ੀ ਨੇ, ਕਾਫੀ ਸੌਖੇ ਨੇ, ਔਰ ਤਾਦਾਦ ਵਿੱਚ ਬਹੁਤ ਜ਼ਿਆਦਾ ਨੇ। ਬਿਲਕੁਲ ਨੇ। ਸੋ ਸਟੂਡੈਂਟਸ ਦਾ ਜਿਹੜਾ ਕੋਟਾ ਉਹ ਕਾਫੀ ਹੈ। ਸੋ ਬੇਸਿਕ ਐਲੀਜੀਬਿਲਿਟੀ ਸਟੂਡੈਂਟ +2 ਕੀਤੀ ਹੋਏ ਕਿਸੇ ਨੇ ਪਾਸ ਉੱਤੇ ਜਾ ਸਕਦਾ ਹੈ। ਹਾਲਾਂਕਿ ਜਿਹੜੇ ਉਸ ਤੋਂ ਥੱਲੇ ਵਾਲੇ ਸਟੂਡੈਂਟਸ ਨੇ ਉਹ ਵੀ ਅਗਰ ਉਹਨਾਂ ਦੇ ਗਾਰਡੀਅਨਸ ਬਾਹਰ ਰਹਿੰਦੇ ਨੇ ਤਾਂ ਵੀ ਜਾ ਸਕਦੇ ਨੇ ਫੈਮਲੀਜ਼ ਦੇ ਨਾਲ ਰਹਿ ਕੇ ਪੜ੍ਹਨ ਦੀ। ਬਟ ਬਿਕੋਜ਼ ਮੈਜੋਰਟੀ ਆਫ ਸਟੂਡੈਂਟਸ ਜਿਹੜੇ ਨੇ ਸਾਡੇ 12ਵੀਂ ਪਾਸ ਤੋਂ ਬਾਅਦ ਜਾਂਦੇ ਨੇ, ਔਰ ਯੈਸ ਇਹਦੇ ਵਿੱਚ ਮੈਚਿਓਰ ਸਟੂਡੈਂਟਸ ਵੀ ਵੈਲਕਮ ਨੇ। ਜਿਹੜੇ ਸਟੂਡੈਂਟਸ ਦਾ ਬਹੁਤ ਜ਼ਿਆਦਾ ਗੈਪ ਹੋ ਜਾਂਦਾ ਜਾਂ ਬਹੁਤ ਜ਼ਿਆਦਾ ਐਕਸਪੀਰੀਅੰਸ ਹੋ ਜਾਂਦਾ, ਮੀਨਸ ਤੁਸੀਂ ਕਿਸੇ ਵੀ ਉਮਰ ਦੇ ਵਿੱਚ ਅਸਲ 'ਚ ਅਮਰੀਕਨ ਐਜੂਕੇਸ਼ਨ ਲਈ ਜਾ ਸਕਦੇ ਹੋ। ਇਹ ਇੱਕ ਵਹਿਮ ਆ, ਮਿਥ ਹੈ ਕਿ ਇਹਦੇ 'ਚ ਅਗਰ ਤੁਹਾਡਾ ਐਜੂਕੇਸ਼ਨ ਦੇ ਵਿੱਚ ਗੈਪ ਆ ਤਾਂ ਉਹ ਤੁਹਾਨੂੰ ਅਸੈਪਟ ਨਹੀਂ ਕਰੇਗਾ। ਸੋ US ਐਜੂਕੇਸ਼ਨ ਉਹ ਹੈ ਕਿ ਇਹਦੇ ਵਿੱਚ ਜਿੰਨਾ ਐਕਸਪੀਰੀਅੰਸ ਤੁਸੀਂ ਹੋ, ਜਿੰਨਾ ਤੁਹਾਡੇ ਕੋਲ ਤਜਰਬਾ ਆ, ਜਿੰਨੀ ਤੁਹਾਡੇ ਕੋਲ ਜ਼ਿਆਦਾ ਐਜੂਕੇਸ਼ਨ ਆ, ਉਨਾ ਹੀ ਵੀਜ਼ਾ ਜ਼ਿਆਦਾ ਸੌਖਾ ਆ। ਬਿਕਾਜ਼ ਬਾਕੀ ਸਾਰੇ ਵੀਜ਼ਾਸ ਤੁਹਾਨੂੰ ਮੈਥਮੈਟਿਕਲੀ ਲੈਣੇ ਪੈਂਦੇ ਕਿ ਤੁਹਾਡੇ ਕੋਲ 10ਵੀਂ ਕੀਤੀ, 12ਵੀਂ ਕੀਤੀ, ਆਈਲੈਟਸ ਕੀਤਾ, ਸਕੋਰ ਹੈਗਾ, ਤੁਹਾਡੇ ਚ ਮਾਰਕਸ ਚੰਗੇ ਆ, ਤੁਹਾਡੀ ਕਿਤੇ ਕੋਈ ਮਸਲਾ ਤਾਂ ਨਹੀਂ ਹੈਗਾ। ਇਸ ਐਮਬੈਸੀ ਦੇ ਵਿੱਚ ਜਿਹੜਾ ਸਟੂਡੈਂਟ ਆ ਉਹ ਫਿਜ਼ੀਕਲੀ ਵੀਜ਼ਾ ਆਫਿਸਰ ਦੇ ਸਾਹਮਣੇ ਅਪੀਅਰ ਹੁੰਦਾ ਆ। ਸੋ ਉਹਦੇ ਬਾਵਜੂਦ ਵੀ ਸਟੂਡੈਂਟਸ ਰਹਿ ਜਾਂਦੇ ਆ। ਸੋ ਉਹ ਕੀ ਇੱਕ ਟ੍ਰੇਨਿੰਗ ਪ੍ਰੋਸੈਸ ਹੋਣਾ ਚਾਹੀਦਾ ਸਟੂਡੈਂਟਸ ਨੂੰ, ਥੋੜੀ ਜਿਹੀ ਕਲੈਰਿਟੀ, ਥੋੜੀ ਜਿਹੀ ਰਿਸਰਚ ਅਗਰ ਉਹ ਕਰ ਲੈਣਗੇ ਤਾਂ ਇਹ ਵੀਜ਼ਾ ਸਭ ਤੋਂ ਸੌਖੇ ਵੀਜ਼ਾ ਵਿੱਚੋਂ ਆ। ਓਕੇ, ਇੱਕ ਕੁਐਸਚਨ ਆਉਂਦਾ ਹੈ ਕਿ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਕਾਲਜ ਸਟੂਡੈਂਟਸ ਜਾਂ ਗਰੋਨ ਅਪਸ ਹੀ ਬਾਹਰ ਜਾਂਦੇ ਨੇ। ਸਪੋਜ਼ ਇੱਕ ਮੈਂ ਵੈਸੇ ਇਮੇਜਿਨ ਕਰਕੇ ਦੇਖ ਰਿਹਾ, ਛੋਟੇ ਕਿਡਸ, ਜੇ ਕੋਈ ਫੈਮਿਲੀ ਇੰਟਰਸਟਿਡ ਆ, ਕਿਉਂਕਿ ਠੀਕ ਆ ਕਿ ਛੋਟਾ ਬੱਚਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ, ਪਰ ਉਧਰ ਰਿਲੇਟਿਵਸ ਹੈਗੇ ਨੇ, ਜਾਂ ਕੋਈ ਇੱਦਾਂ ਅਰੇਂਜਮੈਂਟ ਕਰਨਾ ਚਾਹਵੇ ਕਿ ਪੇਰੈਂਟਸ ਵੀ ਨਾਲ ਮਾਈਗ੍ਰੇਟ ਕਰਨਾ ਚਾਹੁਣ ਕਿ ਅਸੀਂ ਜਾ ਕੇ ਉੱਥੇ ਸਟੇ ਕਰੀਏ, ਆਪਣੇ ਬੱਚੇ ਨੂੰ ਉੱਥੇ ਪੜ੍ਹਾਉਣਾ ਚਾਹੁੰਦੇ ਹਾਂ, ਛੋਟੇ ਕਿਡ ਨੂੰ ਸ਼ੁਰੂ ਤੋਂ ਐਜੂਕੇਸ਼ਨ। ਅਸਲ 'ਚ ਇਹ ਕੈਟਾਗਰੀਜ਼ ਹੈਗੀਆਂ ਨੇ, ਬਟ ਵੀਜ਼ਾ ਦਾ ਸਕਸੈਸ ਬਹੁਤ ਮੁਸ਼ਕਿਲ ਮਿਲਦਾ ਹੈ। ਬਿਕਾਜ਼ ਤੁਸੀਂ ਸਧਾਰਨ ਜਿਹੀ ਗੱਲ ਸੋਚੋ ਕਿ ਇੱਕ ਬੱਚੇ ਦੀ $10-20 ਹਜ਼ਾਰ, $25,000 ਫੀਸ ਹੈ ਇੱਕ ਕਾਲਜ ਦੀ, ਇੱਕ ਸਕੂਲ ਦੀ, ਇੰਟਰਨੈਸ਼ਨਲ ਸਟੂਡੈਂਟ ਦੀ। ਸੋ ਕੀ ਉਹ ਬੱਚਾ ਅਗੇਨ $10-15 ਹਜ਼ਾਰ ਪਹਿਲੀ 'ਚ ਖਰਚੇਗਾ? ਓ ਗॉड। ਫਿਰ ਉਹੀ ਉਹਨੇ ਡਾਲਰ ਸੈਕਿੰਡ ਵਿੱਚ ਖਰਚੇਗਾ। ਸੋ ਇਹ ਕਰਦਿਆਂ ਤੁਸੀਂ ਜਿੰਨੇ ਪੈਸੇ ਖਰਚਦੇ ਹੋ, ਇਹ ਯਕੀਨ ਨਹੀਂ ਕੀਤਾ ਜਾਂਦਾ ਵੀਜ਼ਾ ਆਫਿਸਰ ਵੱਲੋਂ ਕਿ ਤੁਸੀਂ ਇੰਨੇ ਪੈਸੇ ਜਸਟ ਬੇਸਿਕ ਐਜੂਕੇਸ਼ਨ ਦੇ ਉੱਪਰ ਖਰਚਣ ਲੱਗੇ ਹੋ, ਜਿਹੜੀ ਪੂਰੀ ਦੁਨੀਆ 'ਚ ਫ੍ਰੀ ਹੈ। ਔਰ ਅਗਰ ਕਿਸੇ +2 ਤੋਂ ਬਾਅਦ ਕਿਉਂ ਸਕਸੈਸ ਜ਼ਿਆਦਾ ਹੁੰਦਾ ਕਿ +2 ਤੋਂ ਬਾਅਦ ਸਟੂਡੈਂਟ ਦਾ ਜਿਹੜਾ ਉਹ ਸਪੈਸ਼ਲਾਈਜੇਸ਼ਨ ਲਈ ਜਾਂਦਾ ਹੈ। ਸੋ ਅਗਰ ਗ੍ਰੈਜੂਏਸ਼ਨ ਲਈ ਜਾ ਰਹੇ ਤਾਂ ਮੈਕਸਿਮਮ 4 ਸਾਲ ਦੀ ਐਜੂਕੇਸ਼ਨ ਹੈ, ਮਾਸਟਰਸ ਲਈ ਜਾ ਰਹੇ ਤਾਂ ਮੈਕਸਿਮਮ 2 ਸਾਲ ਦੀ ਐਜੂਕੇਸ਼ਨ ਹੈ। ਸੋ ਇਹ ਸਪੈਸ਼ਲਾਈਜ਼ਡ ਐਜੂਕੇਸ਼ਨ ਹੈ, ਕਰੀਅਰ ਓਰੀਐਂਟਡ ਐਜੂਕੇਸ਼ਨ, ਜਿਸ ਤੋਂ ਬਾਅਦ ਤੁਸੀਂ ਡਾਇਰੈਕਟਲੀ ਜੌਬ ਤੇ ਲੱਗ ਜਾਣਾ ਐਂਡ ਯੂ ਵਿਲ ਬੀ ਅਰਨਿੰਗ। ਸੋ ਜਿਹੜੀਆਂ ਬੇਸਿਕ ਐਜੂਕੇਸ਼ਨ ਦੇ ਉੱਪਰ ਉੱਥੇ ਥੋੜੀ ਜਿਹੀ ਨਿਰਾਸ਼ਾ ਹੈ। ਹਾਂ, ਦੂਸਰਾ ਤੁਸੀਂ ਨਾਲ ਐਡ ਆਨ ਕੀਤਾ ਸੀ ਕਿ ਗਾਰਡੀਅਨਸ। ਸੋ ਇਸ ਕੈਟਾਗਰੀ ਵਿੱਚ ਇੱਕ ਪੋਸੀਬਿਲਿਟੀ ਹੈਗੀ ਹੈ, ਰਾਦਰ ਦੈਨ ਕਿ ਪੇਰੈਂਟਸ ਨੂੰ ਨਾਲ ਲੈ ਕੇ ਫੈਮਿਲੀ ਸੈਟਲਮੈਂਟ ਦਾ ਇਸ ਨਜ਼ਰੀਏ ਤੋਂ ਵੇਖੋਗੇ ਤਾਂ ਤੁਹਾਨੂੰ ਹਮੇਸ਼ਾ ਨਿਰਾਸ਼ਾ ਲੱਭੇਗੀ। ਬਟ ਇੱਕ ਪੋਸੀਬਿਲਿਟੀ ਹੈਗੀ ਇਹਦੇ 'ਚ ਕਿ ਅਗਰ ਕੋਈ ਸਟੂਡੈਂਟ, ਜਿੱਦਾਂ ਸਾਡੇ ਪੁਰਾਣੇ ਜ਼ਮਾਨੇ ਵਿੱਚ ਬੱਚੇ ਨਾਨਕੇ ਰਹਿ ਕੇ ਪੜ੍ਹ ਲੈਂਦੇ ਸੀ। ਸੋ ਕੋਈ ਕਿਸੇ ਹੋਰ ਦੇ ਜਿਹੜੇ ਰਿਸ਼ਤੇਦਾਰਾਂ ਦੇ ਘਰ ਰਹਿ ਕੇ ਪੜ੍ਹ ਲੈਂਦੇ ਸੀ। ਸੋ ਇਹ ਨਾਰਮਲ ਕਲਚਰ ਸੀ ਸਾਡਾ। ਸੋ ਉਸੇ ਕਲਚਰ ਦੇ ਅਕੋਰਡਿੰਗ ਅਗਰ ਤੁਹਾਡੇ ਕੋਲ ਲੀਗਲ ਗਾਰਡੀਅਨ ਹੈਗਾ ਆ ਔਰ ਪੇਰੈਂਟਸ ਅਸੈਪਟੈਂਸ ਦਿੰਦੇ ਨੇ, ਤਾਂ ਉਹ ਬੱਚਾ ਆਪਣੀ ਨਾਰਮਲ ਐਜੂਕੇਸ਼ਨ ਦੇ ਲਈ ਵੀ, ਸਕੂਲਿੰਗ ਐਜੂਕੇਸ਼ਨ ਦੇ ਲਈ ਵੀ ਜਾ ਸਕਦਾ ਹੈ। ਬਟ ਜਿੰਨਾ ਇਹਦੇ ਉੱਪਰ ਭਾਰ ਲੱਦੀ ਜਾਓਗੇ, ਉਨਾ ਹੀ ਇੰਟਰਵਿਊਜ਼ ਵਿੱਚ ਵੀਜ਼ਾ ਆਫਿਸਰ ਨੂੰ ਜਿਹੜਾ ਕਨਵਿੰਸ ਕਰਨਾ, ਸਮਝਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਸੋ ਅਰਵਿੰਦਰ ਜੀ, ਇਹ ਬਹੁਤ ਵਧੀਆ ਤੁਸੀਂ ਪੁਆਇੰਟ ਕਲੀਅਰ ਕੀਤਾ ਕਿ ਬੇਸਿਕ ਐਜੂਕੇਸ਼ਨ ਤੁਸੀਂ ਇੰਡੀਆ ਦੇ ਵਿੱਚ ਲਓ, ਉਸ ਤੋਂ ਬਾਅਦ ਤੁਸੀਂ ਸਪੈਸ਼ਲਾਈਜੇਸ਼ਨ ਵਾਸਤੇ ਅਮਰੀਕਾ ਜਾਓ ਤੇ ਉਹ ਬਿਲਕੁਲ ਠੀਕ ਰਹੇਗਾ, ਤੁਹਾਨੂੰ ਸੈਟਲ ਹੋਣ ਵਾਸਤੇ ਵੀ ਉਹਦੇ 'ਚ ਮਦਦ ਮਿਲੇਗੀ। ਅਸੀਂ ਸਕੂਲਸ ਦੀ ਗੱਲ ਕਰ ਰਹੇ ਹਾਂ ਕਿਉਂਕਿ ਬੱਚਿਆਂ ਦੇ ਅੰਦਰ ਨਾ ਬਹੁਤ ਕਿਉਰਿਓਸਿਟੀ ਹੁੰਦੀ ਹੈ ਥਾਂ ਥਾਂ ਦੇ ਉੱਤੇ ਜਾਈਏ, ਤੇ ਅੱਜ ਬੱਚੇ ਜ਼ਿਆਦਾ ਜਾਣਦੇ ਨੇ ਵੱਡਿਆਂ ਨਾਲੋਂ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੈ। ਇੱਕ ਨਾਸਾ ਸੈਂਟਰ ਆਫ ਅਟਰੈਕਸ਼ਨ ਬਣਿਆ ਰਹਿੰਦਾ ਹਮੇਸ਼ਾ, ਖਾਸ ਕਰਕੇ ਉਹਨਾਂ ਬੱਚਿਆਂ ਵਾਸਤੇ ਜੋ ਸਾਇੰਸ ਦੇ ਸਟੂਡੈਂਟਸ ਨੇ, ਸਾਇੰਸ ਦੇ ਬਹੁਤ ਸਾਰੇ ਸਕੂਲਸ ਐਜੂਕੇਸ਼ਨਲ ਟ੍ਰਿਪਸ ਵੀ ਨਾਸਾ ਟ੍ਰਿਪਸ ਲੈ ਕੇ ਜਾਂਦੇ ਨੇ, ਜਿਵੇਂ ਇੱਥੇ ਵੀ ਅਸੀਂ ਲੈ ਕੇ ਜਾਂਦੇ ਹਾਂ। ਕੋਈ ਸਾਇੰਸ ਸਿਟੀ ਜਾਂਦਾ ਹੈ ਜੋ ਅਲੱਗ-ਅਲੱਗ ਥਾਂ ਦੇ ਉੱਤੇ ਜਿੱਥੇ ਸਾਇੰਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ, ਸਿੱਖਣ ਨੂੰ ਮਿਲਦੀਆਂ ਨੇ। ਤਾਂ ਐਜੂਕੇਸ਼ਨ ਵਾਸਤੇ ਕਈ ਵਾਰ ਬਾਹਰ ਦੇ ਟ੍ਰਿਪ ਵੀ ਹੁੰਦੇ ਨੇ ਕਿ ਨਾਸਾ ਟ੍ਰਿਪ ਕੀਤਾ ਹੈ, ਜਾਂ ਹੋਰ ਵੀ ਕਈ ਕੰਟਰੀਜ਼ ਦੇ ਵਿੱਚ ਜਾਂਦੇ ਨੇ ਉਹ, ਜਿੱਥੇ ਸਾਇੰਟੀਫਿਕ ਚੀਜ਼ਾਂ ਦੇ ਨਾਲ ਉਹਨਾਂ ਦੀ ਕਾਫੀ ਜਾਣ ਪਛਾਣ ਕਰਵਾਈ ਜਾਂਦੀ ਹੈ। ਤਾਂ ਨਾਸਾ ਨੂੰ ਲੈ ਕੇ ਜਿੱਦਾਂ ਅਸੀਂ ਕਿਉਰਿਓਸਿਟੀ ਰਹਿੰਦੀ ਆ ਕਿ ਸਟੂਡੈਂਟਸ ਨੂੰ ਲੈ ਕੇ ਕਾਲਜ ਦੇ ਟ੍ਰਿਪਸ ਜਾਂਦੇ ਨੇ, ਹੋ ਸਕਦਾ ਕਿ 2 ਸਾਲ ਪਹਿਲਾਂ ਗਏ ਹੋਣ, 1 ਸਾਲ ਪਹਿਲਾਂ ਗਏ ਹੋਣ, ਕੋਈ ਇਹਨਾਂ ਵਾਸਤੇ ਵੀ ਕੁਝ। ਯੈਸ ਸੰਦੀਪ ਜੀ, ਤੁਸੀਂ ਬਹੁਤ ਕਲੋਜ਼ਲੀ ਸਵਾਲ ਪੁੱਛਿਆ, ਮੈਂ ਚੀਜ਼ਾਂ ਨੂੰ ਐਡ ਆਨ ਕਰ ਦੇਣਾ। ਯੈਸ, ਬਹੁਤ ਸਾਰੇ ਸਕੂਲਸ ਨਾਸਾ ਟ੍ਰਿਪਸ ਉੱਪਰ ਗਏ ਆ। ਸੋ ਕਿਸੇ ਕੋਲ 3 ਮਹੀਨੇ ਦਾ ਵੀਜ਼ਾ ਸੀ, ਕਿਸੇ ਕੋਲ 6 ਮਹੀਨੇ ਦਾ ਵੀਜ਼ਾ ਸੀ, ਕੋਈ 2 ਸਾਲ ਪਹਿਲਾਂ, ਕੋਈ 5 ਸਾਲ ਪਹਿਲਾਂ ਗਿਆ। ਸੋ ਉਹਨਾਂ ਸਾਰੇ ਸਟੂਡੈਂਟਸ ਲਈ ਰਾਈਟ ਨੂੰ ਇੱਕ ਅਪਰਚੂਨਿਟੀ ਹੈਗੀ ਹੈ। ਸੋ ਉਹ ਜਿੰਨੇ ਵੀ ਸਕੂਲਸ ਜਿਹੜੇ ਬੱਚੇ ਆ ਜਿਨ੍ਹਾਂ ਨੇ ਕਦੀ ਵੀ ਵੀਜ਼ਾ ਲਿਆ ਕਿ ਅਮਰੀਕਾ ਦਾ ਕੋਈ ਵੀ ਵੀਜ਼ਾ ਕਦੀ ਵੀ ਲਿਆ, ਔਰ ਉਸ ਤੋਂ ਬਾਅਦ ਤੁਸੀਂ ਆਪਣਾ ਮਤਲਬ ਨੈਕਸਟ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਹੋ, ਤੁਸੀਂ ਹਾਇਰ ਐਜੂਕੇਸ਼ਨ ਲਈ ਜਾਣਾ ਚਾਹੁੰਦੇ ਹੋ, ਇਹ ਸਾਰੇ ਸਟੂਡੈਂਟਸ ਲਈ ਵੀਜ਼ਾ ਵੇਵਰ ਚੱਲ ਰਿਹਾ ਅੱਜ ਕੱਲ੍ਹ। ਸੋ ਤੁਸੀਂ ਪਿੱਛੇ ਜੇ ਖਬਰ ਸੁਣੀ ਕਿ ਇੰਡੀਆ ਤੋਂ ਅਖਬਾਰਾਂ 'ਚ ਆਇਆ, ਸਭ ਜਗ੍ਹਾ ਰੋਜ਼ ਅਖਬਾਰਾਂ ਭਰੀਆਂ ਸੀਗੀਆਂ 2-4 ਦਿਨ ਲਗਾਤਾਰ ਕਿ ਵੀਜ਼ਾ ਵੇਵਰ ਇੰਡੀਆ ਲਈ ਸ਼ੁਰੂ ਕਰਤਾ। ਸੋ ਇੰਡੀਆ ਲਈ ਵੀਜ਼ਾ ਵੇਵਰ ਸ਼ੁਰੂ ਨਹੀਂ ਕੀਤਾ। ਸੋ ਵੀਜ਼ਾ ਵੇਵਰ ਕੰਟਰੀਜ਼ ਲਈ ਉਹਨਾਂ ਨੇ ਵੀਜ਼ਾ ਵੇਵਰ ਸ਼ੁਰੂ ਕੀਤਾ, ਪਰ ਇੰਡੀਅਨਸ ਲਈ ਅਗਰ ਤੁਹਾਡੇ ਕੋਲ ਪਹਿਲਾਂ ਕੋਈ ਪ੍ਰੀਵੀਅਸ ਵੀਜ਼ਾ ਹੈਗਾ ਆ US ਦਾ, ਤੇ ਅੱਜ ਤੁਸੀਂ ਨਵਾਂ ਵੀਜ਼ਾ ਲੈਂਦੇ ਹੋ ਤਾਂ ਉਹਦੇ ਵਿੱਚ ਵੀਜ਼ਾ ਵੇਵਰ ਹੈਗਾ। ਸੋ ਸਟੂਡੈਂਟ ਅਗਰ ਕਿਸੇ ਨੇ +2 'ਚ ਗਿਆ ਸੀ ਜਾਂ +1 'ਚ ਗਿਆ ਸੀ, ਸੋ ਚਾਹੇ ਗ੍ਰੈਜੂਏਸ਼ਨ ਹੋਣ ਕਰ ਰਿਹਾ ਸਟੂਡੈਂਟ, ਅਗਰ ਇਹ ਵਾਲੇ ਸਟੂਡੈਂਟਸ ਇਸ ਸਾਲ ਦੇ ਵਿੱਚ ਅਮਰੀਕਾ ਜਾਣਾ ਚਾਹੁੰਦੇ ਹੋ ਤੇ ਇਹਨਾਂ ਨੂੰ ਅਮਰੀਕਨ ਐਮਬੈਸੀ ਦੀ ਇੰਟਰਵਿਊ ਦਾ ਸਾਹਮਣਾ ਨਹੀਂ ਕਰਨਾ ਪਏਗਾ। ਅੱਛਾ। ਸੋ ਇਹ ਸਟੂਡੈਂਟਸ ਡਾਇਰੈਕਟ ਆਪਣੀ ਯੂਨੀਵਰਸਿਟੀ ਬਾਹਰ ਐਡਮਿਸ਼ਨ ਲੈ ਸਕਦੇ ਨੇ, ਔਰ ਉਸ ਤੋਂ ਬਾਅਦ ਇਹ ਡਾਇਰੈਕਟ ਫਲਾਈ ਕਰ ਜਾਣਗੇ। ਸੋ ਇਹਨਾਂ ਦਾ ਵੀਜ਼ਾ ਵੇਵਰ ਪ੍ਰੋਗਰਾਮ ਇਹਨਾਂ ਸਟੂਡੈਂਟਸ ਲਈ ਚਾਲੂ ਆ। ਸੋ ਜਿੰਨੇ ਵੀ ਸਟੂਡੈਂਟਸ ਨੇ, ਚਾਹੇ ਪੇਰੈਂਟਸ ਨੇ, ਚਾਹੇ ਕਿਸੇ ਵੀ ਕੈਟਾਗਰੀ ਵਿੱਚ ਤੁਸੀਂ ਪ੍ਰੀਵੀਅਸ ਵੀਜ਼ਾ ਲਿਆ ਹੋਇਆ ਹੈ, ਉਹ ਵੀਜ਼ਾ ਚਾਹੇ ਐਕਸਪਾਇਰ ਹੋ ਗਿਆ, ਚਾਹੇ ਉਹ ਵੈਲਿਡ ਆ, ਹਾਰਡਲੀ ਮੈਟਰਸ, ਉਹ ਅੱਜ ਤੁਸੀਂ ਉਸ ਵੀਜ਼ੇ ਦੇ ਰਾਹੀਂ ਤੁਸੀਂ ਆਪਣਾ ਨਵਾਂ ਵੀਜ਼ਾ ਪ੍ਰਾਪਤ ਕਰ ਸਕਦੇ ਹੋ। ਤੋ ਸਾਡੇ ਦਰਸ਼ਕ ਨਾ ਇਸ ਪੁਆਇੰਟ ਨੂੰ ਆਪਣੇ ਕੋਲ ਨੋਟ ਕਰ ਲੈਣ, ਕਿਉਂਕਿ ਇਹ ਖਾਸ ਪੁਆਇੰਟ ਹੈ ਕਿ ਤੁਹਾਡੇ ਕੋਲ ਜੇ ਪ੍ਰੀਵੀਅਸ ਵੀਜ਼ਾ ਹੈ ਤਾਂ ਤੁਹਾਨੂੰ ਇੰਟਰਵਿਊ ਦਾ ਸਾਹਮਣਾ ਨਹੀਂ ਕਰਨਾ ਪਏਗਾ, ਤੁਹਾਨੂੰ ਵੀਜ਼ਾ ਮਿਲ ਸਕਦਾ, ਸਿਰਫ ਪਾਸਪੋਰਟ ਜਾ ਕੇ ਉੱਥੇ ਆਪਣਾ ਜਮ੍ਹਾਂ ਕਰਵਾਉਣਾ ਹੈ। ਬਹੁਤ ਸਾਰੇ ਮੈਂ ਇਹਨੂੰ ਹੋਰ ਐਲੈਬੋਰੇਟ ਤਾਂ ਕਰ ਰਿਹਾ ਬਿਕਾਜ਼ ਬਹੁਤ ਸਾਰੇ ਬੱਚੇ ਸਾਡੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੇ ਲਾਈਕ ਨਾ ਜਾਣਕਾਰੀ ਹੋਣ ਦੇ ਚੱਕਰ ਵਿੱਚ ਕੁਝ ਕੰਸਲਟੈਂਸੀਜ਼ ਕੋਲੋਂ ਅਪਲਾਈ ਕੀਤਾ, ਉਸ ਤੋਂ ਬਾਅਦ ਇਸ ਪ੍ਰੋਗਰਾਮ ਦਾ ਉਹਨਾਂ ਨੂੰ ਐਕਸੈਸ ਨਹੀਂ ਮਿਲਿਆ ਔਰ ਉਹ ਬੱਚੇ ਰਿਫਿਊਜ਼ ਹੋ ਕੇ ਬੈਠੇ ਨੇ। ਸੋ ਜਿਹੜੇ ਸਟੂਡੈਂਟਸ ਇਹੋ ਜਿਹੀ ਗਲਤੀ ਨਾ ਕਰਨ। ਸੋ ਅਗਰ ਤੁਹਾਡੇ ਕੋਲ ਕਿਸੇ ਨਾ ਕਿਸੇ ਦੀ ਤਰੀਕੇ ਦੀ ਕੋਈ ਐਲੀਜੀਬਿਲਟੀ ਹੈਗੀ, ਪ੍ਰੀਵੀਅਸ ਤੁਹਾਡੇ ਕੋਲ ਅਸੈਸਮੈਂਟ ਹੈਗੀ ਆ, ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ, ਮੈਨੂੰ ਪੁੱਛ ਸਕਦੇ ਹੋ, ਔਰ ਤੁਹਾਡੇ ਲਈ ਵੀਜ਼ਾ ਵੇਵਰ ਪ੍ਰੋਗਰਾਮ ਚੱਲ ਰਿਹਾ, ਤੁਸੀਂ ਉਸ ਪ੍ਰੋਗਰਾਮ ਰਾਹੀਂ ਡਾਇਰੈਕਟਲੀ ਬਾਹਰ ਜਾ ਸਕਦੇ ਹੋ। ਔਰ ਤੁਹਾਨੂੰ ਅੰਬੈਸੀ ਦਾ ਕੋਈ ਵੀ ਜਿਹੜਾ, ਹਾਲਾਂਕਿ ਤੁਹਾਨੂੰ ਜਿਹੜੀਆਂ ਕੁਝ ਫੀਸਾਂ ਜ਼ਰੂਰ ਪੇ ਕਰਨੀਆਂ ਪੈਣਗੀਆਂ, ਪ੍ਰਕਿਰਿਆ ਨਾਰਮਲ ਹੋਏਗੀ, ਬਟ ਜਿਹੜੀ ਚੀਜ਼ ਐਗਜ਼ਿਟ ਹੋ ਸਕਦੀ, ਜਿਹੜੀ ਚੀਜ਼ ਬਿਲਕੁਲ ਬਾਹਰ ਹੋ ਸਕਦੇ ਆ, ਉਹ ਹੈਗੀ ਆ ਅੰਬੈਸੀ ਦੀ ਇੰਟਰਵਿਊ ਪ੍ਰਕਿਰਿਆ। ਸੋ ਉਸ ਤੋਂ ਬਿਨਾਂ ਉਹਦੇ ਵਿੱਚ ਗਿਆ ਹੋਇਆ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਤੁਸੀਂ ਹਮੇਸ਼ਾ ਸਾਨੂੰ ਇਹ ਦੱਸਦੇ ਹੋ ਆਪਣੇ ਕਿਸੇ ਵੀ ਸ਼ੋਅ ਦੇ ਵਿੱਚ ਕਿ ਇੰਟਰਵਿਊ ਅਮਰੀਕਾ ਦੀ ਖਾਸ ਡਿਫਿਕਲਟ ਨਹੀਂ ਹੈ। ਜੀ, ਸਿਰਫ ਇੰਨੀ ਕੀ ਗੱਲ ਕਰਨੀ ਕਿ ਤੁਸੀਂ ਸੱਚ ਬੋਲਣਾ, ਬਣਾਵਟੀ ਬਿਲਕੁਲ ਨਹੀਂ ਬਣਨਾ। ਮੈਂ ਦੱਸਿਆ ਹੁਣ ਬਹੁਤ ਸਾਰੇ ਬੱਚੇ ਜਿਹੜੇ ਵੀਜ਼ਾ ਵੇਵਰ ਵਾਲੇ ਪ੍ਰੋਗਰਾਮ ਵਾਲੇ ਬੱਚੇ ਵੀ ਆ, ਉਹ ਰਿਫਿਊਜ਼ਲ ਵਾ ਕੇ ਬੈਠੇ ਆ। ਸੋ ਇਸ ਤੋਂ ਬਾਅਦ ਉਹਨਾਂ ਦੀ ਮੁਸ਼ਕਲ ਹੋ ਜਾਂਦੀ ਹੈ। ਸੋ ਅਲਟੀਮੇਟਲੀ ਨਾ ਜਾਣਕਾਰੀ ਹੋਣਾ ਜਾਂ ਜਾਣਕਾਰੀ ਦਾ ਅਭਾਵ ਹੋਣਾ, ਜਾਣਕਾਰੀ ਦੀ ਕਮੀ ਹੋਣਾ ਹੀ ਸਟੂਡੈਂਟਸ ਦੇ ਕਈ ਸੁਪਨੇ ਬਰਬਾਦ ਕਰ ਦਿੰਦੀ ਹੈ। ਸੋ ਇਸੇ ਕਰਕੇ ਹੀ ਤੁਹਾਡਾ ਅਸੀਂ ਬਾਰ-ਬਾਰ ਸ਼ੁਕਰੀਆ ਕਰਦੇ ਰਹੇ ਕਿ ਤੁਸੀਂ, ਤੁਹਾਡੇ ਰਾਹੀਂ ਇੱਕ ਆਮ ਲੋਕਾਂ ਤੱਕ ਇੱਕ ਕੰਸੈਂਸਸ, ਇੱਕ ਜਾਣਕਾਰੀ ਪਹੁੰਚਦੀ ਹੈ, ਜਿਹਦੇ ਨਾਲ ਕਿ ਅਗਰ ਕਿਸੇ ਦਾ 1 ਇੰਚ ਦਾ ਵੀ ਕੋਈ ਫਾਇਦਾ ਹੁੰਦਾ ਹੈ ਤੇ ਉਹ ਯੈਸ ਉਹਦੇ ਕਰੀਅਰ ਦੇ ਵਿੱਚ ਬਹੁਤ ਉੱਪਰ ਤੱਕ ਜਾਂਦਾ ਹੈ। ਬਿਲਕੁਲ। ਇੱਥੇ ਅਸੀਂ ਲਾਸਟ ਪ੍ਰੋਗਰਾਮ 'ਚ ਇੱਕ ਵਾਰੀ ਗੱਲ ਕੀਤੀ ਸੀ ਕਿ ਜਿਹੜੇ ਇਮੀਗ੍ਰੈਂਟ ਕੇਸਿਸ ਆ, ਉਹਨਾਂ ਦੀਆਂ ਜਿਹੜੀਆਂ ਪਟੀਸ਼ਨਸ ਆ ਉਹ ਅਪਰੂਵ ਨਹੀਂ ਹੋ ਰਹੀਆਂ, ਉਹਨਾਂ ਦੀ ਪਟੀਸ਼ਨਸ ਅਪਰੂਵਲ ਤੋਂ ਬਾਅਦ ਉਹਨਾਂ ਦੇ ਅਪਾਇੰਟਮੈਂਟਸ ਨਹੀਂ ਆ ਰਹੀਆਂ। ਸੋ ਉਹ ਵੀ ਬਹੁਤ ਦੇਰ ਦੇ ਵੇਟ ਕਰ ਰਹੇ ਆ। ਸੋ ਇੰਟਰਵਿਊਜ਼ ਤੁਸੀਂ ਖੁਦ ਲੈ ਸਕਦੇ ਹੋ, ਸੋ ਅਪਾਇੰਟਮੈਂਟਸ ਤੁਸੀਂ ਖੁਦ ਬਣਾ ਕੇ ਜਾ ਸਕਦੇ ਹੋ। ਸੋ ਉਹਦੇ ਲਈ ਵੀ ਤੁਹਾਨੂੰ ਥੋੜਾ ਬਹੁਤ ਲਾਈਨ ਤੋਂ ਹਟ ਕੇ ਤੁਹਾਨੂੰ ਉਹਨੂੰ ਪ੍ਰੋਗਰਾਮ ਨੂੰ ਸਰਚ ਕਰਨਾ ਹੈ, ਤੇ ਤੁਸੀਂ ਆਪਣੀ ਵਾਰੀ, ਜਿਹੜੀ ਤੁਹਾਡੀ ਵਾਰੀ ਸਾਲ ਬਾਅਦ ਆਉਣੀ ਆ, ਤੁਸੀਂ ਉਹਨੂੰ ਹੁਣੇ ਭੁਗਤ ਸਕਦੇ ਹੋ। ਸੋ ਇਮੀਗ੍ਰੈਂਟ ਕੇਸਿਸ ਦੇ ਵਿੱਚ ਵੀ ਇਸ ਤਰੀਕੇ ਦੀਆਂ ਹੈਗੀਆਂ ਕਿ ਅਗਰ ਤੁਸੀਂ ਕੁਝ ਚੀਜ਼ਾਂ ਨੂੰ ਫੋਲੋ ਕਰੋਗੇ ਤਾਂ ਤੁਸੀਂ ਆਪਣੇ ਕੇਸਿਸ ਨੂੰ, ਜਿਹੜੇ NVC ਤੋਂ ਅਪਰੂਵ ਹੋਏ ਪਏ, ਜਿਹੜੇ ਸਟੂਡੈਂਟਸ ਨੂੰ, ਜਿਹੜੇ
ਐਪਲੀਕੈਂਟਸ ਨੂੰ ਈਮੇਲਸ ਆਉਂਦੀਆਂ ਨੇ ਕਿ ਤੁਹਾਨੂੰ ਇੰਟਰਵਿਊ ਆ ਰਹੀ ਹੈ ਤੇ ਇੰਟਰਵਿਊ ਮਿਲ ਗਿਆ, ਜਾਂ ਕਈਆਂ ਦੇ ਇੰਟਰਵਿਊਜ਼ ਮਿਲ ਕੇ ਕੈਂਸਲ ਹੋ ਗਈਆਂ ਭਈ ਲਾਈਕ ਮਾਰਚ ਤੱਕ ਅਪਾਇੰਟਮੈਂਟਸ ਮਿਲਦੀਆਂ ਰਹੀਆਂ ਨੇ ਜਿਹੜੇ ਐਪਲੀਕੈਂਟਸ ਨੂੰ। ਉਸ ਤੋਂ ਬਾਅਦ ਜਿਹੜੀਆਂ ਅਪਾਇੰਟਮੈਂਟਸ ਮਿਲੀਆਂ ਸੀ ਉਹ ਕੈਂਸਲ ਹੋ ਗਈਆਂ। ਉਹ ਵੀ ਸਾਰੇ ਹਾਲੇ ਤੱਕ ਕਿਊ 'ਚ ਪਏ ਕਿ ਬਿਕੋਜ਼ ਨਵੀਆਂ ਤਰੀਕਾਂ ਨਹੀਂ ਆਈਆਂ। ਸੋ ਇਦਾਂ ਦਾ ਕੋਈ ਵੀ ਕੇਸ ਹੈਗਾ ਤੇ ਉਹ ਇਸ ਸਮੇਂ ਦੇ ਵਿੱਚ ਨਿਕਲ ਸਕਦਾ ਆ, ਔਰ ਯੈਸ ਉਹਦੇ ਲਈ ਤੁਹਾਨੂੰ ਜਿਹੜੀਆਂ ਲੰਮੀ ਚੌੜੀ ਵੇਟ ਨਹੀਂ ਕਰਨੀ ਪਏਗੀ, ਉਹ ਇਨਸਟੈਂਟਲੀ ਕੇਸਿਸ ਡਿਲੀਵਰ ਹੋਣ ਵਾਲੇ ਆ ਹੁਣ। ਓਕੇ, ਤਾਂ ਸਾਡੇ ਦਰਸ਼ਕ ਇੱਕ ਪੁਆਇੰਟ ਹੋਰ ਨੋਟ ਕਰ ਲੈਣ ਕਿ ਤੁਸੀਂ ਹਮੇਸ਼ਾ ਰਾਈਟ ਗਾਈਡੈਂਸ ਲੈਣੀ ਹੈ, ਕਿਉਂਕਿ ਤੁਹਾਨੂੰ ਜਦੋਂ ਜਾਣਕਾਰੀ ਨਹੀਂ ਹੈ ਤਾਂ ਜ਼ਾਹਿਰ ਤੌਰ ਤੇ ਤੁਹਾਡਾ ਵੀਜ਼ਾ ਰਿਜੈਕਟ ਹੋ ਸਕਦਾ, ਤੁਸੀਂ ਇੰਟਰਵਿਊ ਕੁਆਲੀਫਾਈ ਨਹੀਂ ਕਰ ਸਕਦੇ। ਪਰ ਜਦੋਂ ਰਾਈਟ ਜਾਣਕਾਰੀ ਹੈ, ਰਾਈਟ ਪਰਸਨ ਕੋਲ ਜਾ ਕੇ ਸਹੀ ਜਾਣਕਾਰੀ ਲੈਂਦੇ ਹੋ ਤਾਂ ਤੁਹਾਨੂੰ ਮਦਦ ਮਿਲੇਗੀ, ਤੁਸੀਂ ਵੀਜ਼ਾ ਹਾਸਿਲ ਕਰ ਸਕਦੇ ਹੋ, ਤੁਸੀਂ ਇੰਟਰਵਿਊ ਕੁਆਲੀਫਾਈ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਜੀ। ਅਰਵਿੰਦਰ ਸਰ, ਇੱਕ ਚੀਜ਼ ਮੈਂ ਹੋਰ ਐਡ ਅਪ ਕਰਨਾ ਚਾਹਾਂਗਾ ਇਹਦੇ ਵਿੱਚ ਕਿ ਇੰਟਰਵਿਊਜ਼ ਦੇ ਵਿੱਚ, ਕਿਉਂਕਿ ਅਸੀਂ ਕਿਹਾ ਕਿ ਇੰਟਰਵਿਊ ਤੁਸੀਂ ਕੁਆਲੀਫਾਈ ਕਰ ਸਕਦੇ ਹੋ, ਪਰ ਫਿਰ ਵੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ, ਕੁਆਲੀਫਾਈ ਨਹੀਂ ਕਰ ਪਾਉਂਦੇ ਕਈ ਸਟੂਡੈਂਟਸ ਇੰਟਰਵਿਊ ਨੂੰ। ਸੋ ਉਹਦੇ 'ਚ ਕੀ ਦਿੱਕਤ ਹੈ ਜੋ ਤੁਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹੋ? ਉਹਦੇ ਸਿਰਫ ਇਕਲੌਤੀ ਦਿੱਕਤ ਹੈ, ਉਹਨੂੰ ਬੋਲਦੇ ਰਿਸਰਚ। ਸੋ ਸਟੂਡੈਂਟਸ ਰਿਸਰਚ ਨਹੀਂ ਕਰਦੇ ਬਿਕੋਜ਼ ਬਾਕੀ ਸਾਰੇ ਜਿੰਨੇ ਵੀਜ਼ਾਸ ਦੁਨੀਆ ਭਰਦੇ ਨੇ ਤੁਹਾਨੂੰ ਇੱਕ ਪਲੈਟਰ ਵਾਂਗੂ ਇਦਾਂ ਸਰਵ ਕੀਤੇ ਜਾਂਦੇ ਆ ਕਿ ਤੁਸੀਂ ਚੰਗਾ ਆਈਲੈਟਸ ਸਕੋਰ ਲਓ, ਆਪਣੀ ਪਿਛਲੀ ਕਲਾਸ ਪਾਸ ਕਰੋ ਤਾਂ ਹੇਅਰ ਕਮਸ ਯੂਅਰ ਵੀਜ਼ਾ। ਸੋ ਸਟੂਡੈਂਟ ਨੂੰ ਵੀਜ਼ਾ ਮਤਲਬ ਪਲੇਟ 'ਚ ਰੱਖ ਕੇ ਮਿਲ ਜਾਂਦਾ ਕਿ ਤੁਹਾਨੂੰ ਬਿਨਾਂ ਮਿਹਨਤ ਕੀਤਿਆਂ ਵੀਜ਼ਾ ਮਿਲ ਗਿਆ। ਓਕੇ, ਸੋ ਜਸਟ ਔਨ ਦਾ ਬੇਸਿਸ ਆਫ ਯੂਅਰ ਪ੍ਰੀਵੀਅਸ ਅਕੈਡਮਿਕ ਕੁਆਲੀਫਿਕੇਸ਼ਨ ਜਾਂ ਪ੍ਰੀਵੀਅਸ ਜੋ ਵੀ ਤੁਸੀਂ ਆਪਣੀ ਲੈਂਗੁਏਜ ਦਾ ਸਕੋਰ ਕੀਤਾ ਹੈ। ਸ਼ੋਰ। ਯੂਐਸ ਇਹਨਾਂ ਸਭ ਤੋਂ ਕੋਹਾਂ ਦੂਰ ਹੈ। ਯੂਐਸ ਵਿੱਚ ਸਟੂਡੈਂਟ ਰਿਸਰਚ ਕਰਨੀ ਪੈਂਦੀ ਕਿ ਉਹਨੇ ਪੜ੍ਹਨਾ ਕੀ ਹੈ। ਸੋ ਬਹੁਤ ਸਾਰੇ ਸਟੂਡੈਂਟਸ ਜਿਹੜੇ ਰਿਫਿਊਜ਼ ਹੁੰਦੇ ਨੇ, ਜਿਹੜੇ ਇੰਟਰਵਿਊ ਲਾਈਨ ਕਲੀਅਰ ਨਹੀਂ ਕਰ ਪਾਉਂਦੇ, ਉਹ ਲੈਕ ਆਫ ਰਿਸਰਚ ਕਰਕੇ ਆ। ਬਿਕੋਜ਼ ਸਟੂਡੈਂਟਸ ਦਾ ਆਲਾ ਦੁਆਲਾ ਭਰਿਆ ਹੋਇਆ ਸਭ ਕੈਨੇਡਾ ਦੇ ਸਟੂਡੈਂਟਸ ਵਾਂਗੂ, ਯੂਕੇ ਦੇ ਸਟੂਡੈਂਟਸ ਵੱਲੋਂ, ਆਸਟ੍ਰੇਲੀਆ ਦੇ ਸਟੂਡੈਂਟਸ ਵੱਲੋਂ, ਸਭ ਕੰਸਲਟੈਂਸੀਜ਼ ਦਾ ਮਾਈਂਡ ਸੈਟ ਉਸੇ ਤਰੀਕੇ ਦਾ ਹੋਇਆ ਪਿਆ ਹੈ। ਸੋ ਜਿਹੜਾ ਯੂਐਸ ਦਾ ਪ੍ਰੋਟੋਕੋਲ ਆ ਬਾਕੀਆਂ ਤੋਂ ਹਟ ਕੇ ਆ। ਸੋ ਯੂਐਸ ਮਤਲਬ ਤੁਸੀਂ ਅਗਰ ਦੇਸੀ ਤਰੀਕੇ ਨਾਲ ਸਮਝਣਾ ਕਿ ਐਪਲੀਕੈਂਟ ਉੱਥੇ ਜਾਂਦਾ ਆ ਤੇ ਐਪਲੀਕੈਂਟ ਲਾਈਕ ਕੌਨਫੀਡੈਂਟ ਹੁੰਦਾ ਕਿ ਆਈ ਗॉट ਮਾਈ ਫਾਈਲ ਤੇ ਸਰ ਦੇਖੋ, ਐਂਡ ਵੀਜ਼ਾ ਆਫੀਸਰ ਹੋਏਗਾ ਕਿ ਉਹ ਫਾਈਲ ਨੂੰ ਚਾ ਕੇ ਸਾਈਡ ਤੇ ਕਰੇਗਾ, ਹਾਂਜੀ ਸਰ ਦੱਸੋ। ਬਹੁਤ ਸਾਰੀ ਕਨਫਿਊਜ਼ਨ ਹੈ ਆ ਦੋ ਲਾਈਕ ਜਿਹੜਾ ਸਾਡਾ ਜੈਸਚਰ ਆ। ਸੋ ਇੱਥੇ ਬਹੁਤ ਸਾਰੀਆਂ ਜਿਹੜੀਆਂ ਇੰਟਰਵਿਊਜ਼ ਆ ਕਲੀਅਰ ਨਹੀਂ ਹੁੰਦੀਆਂ। ਦੂਸਰੀ ਚੀਜ਼ ਆ, ਸਟੂਡੈਂਟ ਨੇ ਪ੍ਰਪੋਜ਼ਡ ਐਜੂਕੇਸ਼ਨ ਜਿਹੜੀ ਲਈ ਆ ਉਹਦਾ ਉਹਦੇ ਕੈਰੀਅਰ ਵਿੱਚ ਰੈਲੇਵੈਂਸ ਕੀ ਆ, ਔਰ ਇਹ ਉਹਨੇ ਐਜੂਕੇਸ਼ਨ ਪਿਕ ਕਰਨ ਤੋਂ ਪਹਿਲਾਂ ਉਹਨੇ ਕਿੰਨੀ ਕੁ ਰਿਸਰਚ ਕੀਤੀ ਆ, ਇਸ ਪ੍ਰੋਗਰਾਮ ਦੀ ਅਵੇਲੇਬਿਲਿਟੀ ਇੰਡੀਆ 'ਚ ਕਿੱਥੇ ਆ, ਬਾਹਰ ਕਿੱਥੇ ਆ, ਜਗ੍ਹਾ ਕਿਹੜੀ ਜਗ੍ਹਾ ਹੈ, ਔਰ ਉਹਨਾਂ ਦੀ ਕਾਸਟ ਦਾ ਕੰਪੈਰੀਟਿਵ ਇੱਥੇ ਉੱਥੇ, ਸੀਟਸ ਦੀ ਅਵੇਲੇਬਿਲਿਟੀ, ਐਂਟਰੀ ਕ੍ਰਾਈਟੇਰੀਆ, ਸਿਮਿਲਰ ਯੂਨੀਵਰਸਿਟੀਜ਼, ਦੈਨ ਯੂਨੀਵਰਸਿਟੀਜ਼ ਦੀ ਟੈਕਨੀਕਲ ਨੋ ਹਾਊ। ਸੋ ਕੁਝ ਚੀਜ਼ਾਂ ਨੇ ਜਿਹੜੀਆਂ ਬੇਸਿਕ ਜਿਹੜੀਆਂ ਸਟੂਡੈਂਟ ਨੇ ਪੜ੍ਹਨੀਆਂ ਹੈ ਔਰ ਇੰਟਰਵਿਊ ਕਲੀਅਰ ਕਰ ਜਾਣੀ ਹੈ। ਬਟ ਜੇਕਰ ਕਹੋਗੇ ਕਿ ਮੈਨੂੰ ਮਤਲਬ ਉਸੇ ਤਰੀਕੇ ਨਾਲ ਹੀ ਵੀ ਪਲੇਟ 'ਚ ਰੱਖ ਕੇ ਮਿਲ ਜੇ, ਇਸ ਤਰੀਕੇ ਨਾਲ ਨਹੀਂ। ਕੂਲ। ਸੋ ਥੋੜੀ ਬਹੁਤ ਸਟੂਡੈਂਟ ਨੂੰ ਮਿਹਨਤ ਕਰਨੀ ਪੈਂਦੀ ਹੈ, ਜਿਹਦਾ ਕਰਕੇ ਵੀਜ਼ਾਸ ਨਿਕਲਦੇ ਨੇ। ਸੋ ਬੜਾ ਕੂਲ ਹੈ ਇਹ ਸਭ ਕੁਝ ਤੁਸੀਂ ਜਿਸ ਤਰ੍ਹਾਂ ਐਕਸਪਲੇਨ ਕਰ ਰਹੇ ਹੋ, ਔਰ ਸਾਡੇ ਦਰਸ਼ਕਾਂ ਨੂੰ ਖਾਸ ਫਾਇਦਾ ਹੋਣ ਵਾਲਾ ਹੈ। ਸੋ ਇੱਕ ਚੀਜ਼ ਇਸ ਵਕਤ ਜੋ ਪੰਜਾਬ ਦਾ ਮਾਹੌਲ ਹੈ, ਕਿਉਂਕਿ ਸਭ ਮਾਹੌਲ ਬਦਲਿਆ ਹੋਇਆ ਹੈ, ਨਵੀਂ ਗਵਰਨਮੈਂਟ ਫਾਰਮ ਹੋਣ ਵਾਲੀ ਹੈ, ਹੁਣ ਨਵੀਂ ਕੈਬਨਿਟ ਬਣਨ ਵਾਲੀ ਹੈ, ਨਵੀਆਂ ਪਾਲਿਸੀਜ਼ ਆਉਣਗੀਆਂ, ਤਾਂ ਉਹਦੇ ਉੱਤੇ ਵੀ ਤੁਹਾਡੀ ਖਾਸ ਨਜ਼ਰ ਰਹੇਗੀ ਕਿ ਤੁਹਾਡੇ ਬਿਜ਼ਨਸ ਨੂੰ ਕਿਸ ਤਰ੍ਹਾਂ ਫਾਇਦਾ ਹੋ ਸਕਦਾ। ਪਰ ਕਿਉਂਕਿ NRIs ਸਾਡੇ ਪੰਜਾਬ ਆਉਣਾ ਚਾਹੁੰਦੇ ਨੇ, ਔਰ ਉਹ ਚਾਹੁੰਦੇ ਨੇ ਕਿ ਪੰਜਾਬ ਦਾ ਮਾਹੌਲ ਵੱਖਰਾ ਮਿਲੇ, ਅਸੀਂ ਆਪਣੇ ਪਿੰਡ ਆਈਏ, ਆਪਣੇ ਦੋਸਤਾਂ ਨੂੰ ਮਿਲੀਏ, ਫੰਕਸ਼ਨਸ ਅਟੈਂਡ ਕਰੀਏ, ਇੱਥੋਂ ਦੇ ਅਲੱਗ-ਅਲੱਗ ਸੀਜ਼ਨਸ ਨੂੰ ਅਸੀਂ ਇੰਜੋਏ ਕਰੀਏ। ਸੋ NRIs ਦਾ ਕੀ ਇਸ ਵਕਤ, ਜੇ ਤੁਸੀਂ ਸਾਨੂੰ ਦੱਸ ਸਕਦੇ ਹੋ ਉਹਨਾਂ ਦਾ ਕੀ ਇਸ ਵਕਤ ਥਾਟ ਪ੍ਰੋਸੈਸ ਬਣਿਆ ਹੋਇਆ ਹੈ ਪੰਜਾਬ ਦੇ ਬਦਲਦੇ ਹੋਏ ਮਾਹੌਲ ਨੂੰ ਵੇਖ ਕੇ, ਕਿਉਂਕਿ ਸਾਰਿਆਂ ਨੂੰ ਚਾਹ ਚੜਿਆ ਹੋਇਆ ਕਿ ਪਤਾ ਨਹੀਂ ਕੀ ਪੰਜਾਬ ਦੇ ਵਿੱਚ ਚੇਂਜ ਆ ਜਾਣੀ ਹੈ। ਬੇਸਿਕਲੀ ਇਹ ਨਵਿਆਂ ਦੀ ਆਉਣ ਦੀ ਖੁਸ਼ੀ ਘੱਟ ਹੈ ਤੇ ਪੁਰਾਣੇ ਗਲੋਂ ਲੱਥਣ ਦੀ ਖੁਸ਼ੀ ਜ਼ਿਆਦਾ ਹੈ। ਟਰੂ। ਔਰ ਅਲਟੀਮੇਟਲੀ NRIs ਹਮੇਸ਼ਾ ਵਲੰਟੀਅਰਸ ਰਹੇ ਆ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ, ਔਰ ਅਸੀਂ ਲਾਸਟ ਇਲੈਕਸ਼ਨ ਵਿੱਚ ਵੀ ਵੇਖਿਆ, ਆਈਵ ਸੀਨ ਬਹੁਤ ਸਾਰੇ ਸਟੂਡੈਂਟਸ ਨੇ ਘਰ ਆਪਣੇ ਮਾਪਿਓ ਨੂੰ, ਬਹੁਤ ਸਾਰੇ ਬੱਚਿਆਂ ਨੇ ਮਾਪਿਓ ਨੂੰ ਫੋਨ ਕਰਕੇ ਕਿਹਾ ਕਿ ਅਗਰ ਤੁਸੀਂ ਇਸ ਪਾਰਟੀ ਨੂੰ ਵੋਟ ਨਹੀਂ ਪਾਈ ਤੇ ਤੁਹਾਨੂੰ ਅਸੀਂ ਪੈਸੇ ਨਹੀਂ ਭੇਜਿਆ ਕਰਦੇ। ਓ ਗॉड। ਸੋ ਇਹ ਲਾਸਟ ਇਲੈਕਸ਼ਨਸ ਦਾ ਰੌਲਾ ਸੀ, ਬਿਕਾਜ਼ ਉਦੋਂ ਹਾਲੇ ਪਪੂਲੈਰਿਟੀ ਅਲੱਗ ਤਰੀਕੇ ਦੀ ਸੀ। ਬਟ ਇਸ ਟਾਈਮ ਦੇ ਵਿੱਚ ਜਿਹੜਾ ਫੈਕਟਰ ਹੈ ਉਹ ਬਿਲਕੁਲ ਹੀ ਅਲੱਗ ਕੰਮ ਕੀਤਾ। ਔਰ ਤੁਸੀਂ ਵੇਖੋ ਇਸ ਸਮੇਂ ਦੇ ਵਿੱਚ ਇੱਕ ਕੱਢੀ ਨਮੋਸ਼ੀ ਵਾਲੀ ਗੱਲ ਹੈ, ਜਿੰਨੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਆ ਉਹਨਾਂ ਸਭ ਦੇ ਵੱਲੋਂ ਆਈਲੈਟਸ ਬਾਹਰ ਭੇਜਣਾ ਮੁੱਦਾ ਸੀਗਾ, ਇਹ ਮਤਲਬ ਸਵਾਭੀਮਾਨ ਵਾਲਾ ਮੈਨੀਫੈਸਟੋ। ਯੈਸ, ਮੈਨੀਫੈਸਟੋ 'ਚ ਇਹ ਲਿਖਿਆ ਗਿਆ ਕਿ ਤੁਹਾਨੂੰ ਅਸੀਂ ਫ੍ਰੀ ਆਈਲੈਟਸ ਕਰਾਵਾਂਗੇ, ਫ੍ਰੀ ਬਾਹਰ ਭੇਜਾਂਗੇ, ਲੋਨ ਪੱਲਿਓਂ ਦੇਵਾਂਗੇ, ਜਦ ਕਿ ਸ਼ਰਮਨਾਕ ਹੈ। ਤੁਸੀਂ ਜਦੋਂ ਤੁਸੀਂ ਸਰਕਾਰ ਦੇ ਵਿੱਚ ਹੋ, ਤੁਹਾਡਾ ਕੰਮ ਹੈਗਾ ਇੱਥੇ ਲੋਕਾਂ ਨੂੰ ਬਿਹਤਰ ਰੁਜ਼ਗਾਰ ਦੇਣੇ, ਲੋਕਾਂ ਨੂੰ ਇੱਥੇ ਵਸਾਉਣ ਦੀ ਗੱਲ ਕਰਨੀ, ਲੋਕਾਂ ਨੂੰ ਸੈਂਸ ਆਫ ਸਿਕਿਉਰਿਟੀ ਦੇਣੀ, ਨਾ ਕਿ ਇੱਥੋਂ ਭੱਜਣ ਦੇ ਫਾਰਮੂਲੇ ਦੱਸਣੇ। ਸੋ ਸਾਡੇ ਸਟੂਡੈਂਟਸ ਜਿੰਨੇ ਵੀ ਬਾਹਰ ਜਾਂਦੇ ਨੇ ਉਹ ਸੈਂਸ ਆਫ ਸਿਕਿਉਰਿਟੀ ਲਈ ਬਾਹਰ ਜਾਂਦੇ ਨੇ, ਉਹ ਇੰਪਲੋਏਬਿਲਿਟੀ ਲਈ ਜਾਂਦੇ ਆ,
ਸੋ ਅਲਟੀਮੇਟਲੀ ਤੁਹਾਡੀ ਜੇਬ ਦੇ ਵਿੱਚ ਆਪਣਾ ਪੈਸਾ ਇਸ ਮਾਨ ਸਨਮਾਨ ਦੇ ਲਈ ਜਾਂਦੇ ਆ, ਬਿਕੋਜ਼ ਇਹ ਕੁਝ ਮੌਕੇ ਤੁਹਾਨੂੰ ਇੱਥੇ ਰਹਿੰਦਿਆਂ ਨਹੀਂ ਮਿਲਦੇ। ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ ਉਹਨਾਂ ਲਈ ਕਮ ਸੇ ਕਮ ਇਹ ਮੌਕੇ ਇੱਥੇ ਲੱਭਣ। ਕਾਰੋਬਾਰ ਦਾ ਕੋਈ ਨਹੀਂ, ਕਾਰੋਬਾਰ ਇਹ ਨਹੀਂ, ਦੂਜਾ ਕੋਈ ਨਾ ਕੋਈ ਕਾਰੋਬਾਰ ਚੱਲਣਗੇ, ਬਟ ਅਲਟੀਮੇਟਲੀ ਜਿਹੜੀ ਸਾਡੇ ਪੰਜਾਬ ਨੂੰ ਲੋੜ ਹੈ ਉਹ ਅਲਟੀਮੇਟਲੀ ਸਭ ਤੋਂ ਜ਼ਰੂਰੀ ਇਹ ਲੋੜ ਆ ਕਿ ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲੇ, ਬਿਕੋਜ਼ ਇਹ ਦੁਨੀਆ ਦੀ ਸਭ ਤੋਂ ਫਰਟਾਈਲ ਲੈਂਡ ਆ, ਸਭ ਤੋਂ ਉਪਜਾਊ ਧਰਤੀ ਆ। ਇੱਥੇ ਬੰਦਾ ਵੀ ਗੱਡ ਦੋ ਤਾਂ ਵੀ ਹਰਾ ਹੋ ਜਾਊਗਾ। ਸੋ ਅਸੀਂ ਇਹ ਸਾਰਾ ਕੁਝ ਜੋ ਕਿ ਸਭ ਤੋਂ ਖੂਬਸੂਰਤ ਆ, ਇਹ ਸਭ ਨੂੰ ਛੱਡ ਕੇ ਅਸੀਂ ਉਹਨਾਂ ਮੁਲਕਾਂ ਜਾਂਦੇ ਆ ਜਿੱਥੇ 10-10 ਫੁੱਟ ਬਰਫ਼ ਪਈ ਰਹਿੰਦੀ ਆ ਤੇ ਸਾਨੂੰ 6-6 ਮਹੀਨੇ ਜ਼ਮੀਨ ਵੇਖਣ ਦਾ ਇੰਤਜ਼ਾਰ ਕਰਨਾ ਪੈਂਦਾ ਆ। ਖੈਰ ਕੋਈ ਵੀ ਖੁਸ਼ੀ ਨਾਲ ਨਹੀਂ ਗਿਆ, ਹਰ ਕੋਈ ਕਿਸੇ ਨਾ ਕਿਸੇ ਸਮੇਂ ਵਿੱਚ ਰੁਜ਼ਗਾਰ ਲੱਭਣ ਨੂੰ ਗਿਆ ਆ। ਔਰ ਪੋਲੀਟੀਕਲ ਪਾਰਟੀਆਂ ਦੇ ਆਪੋ ਆਪਣੇ ਏਜੰਡੇ ਨੇ, ਉਹਨਾਂ ਨੂੰ ਬਿਹਤਰ ਪਤਾ ਕਿ ਪੰਜਾਬ ਦੀ ਬਿਹਤਰੀ, ਪੰਜਾਬ ਦੇ ਵਿਕਾਸ, ਪੰਜਾਬ ਦੀ ਲਾਈਕ ਅਸੀਂ ਅਗਲੇ ਰੂਪ ਦੀ ਚਰਚਾ ਉਹ ਬਿਹਤਰ ਜਾਣਦੇ ਨੇ। ਸੋ ਅਸੀਂ ਬਸ ਇੰਨਾ ਕਿ ਜਾਣਦੇ ਹਾਂ ਕਿ ਜੋ ਸਾਡੇ ਬੱਚਿਆਂ ਦੇ ਲਈ ਆ ਉਹ ਇੱਕ ਬਿਹਤਰ ਭਵਿੱਖ ਇੱਥੇ ਜ਼ਰੂਰ ਮਿਲੇ। ਬਿਲਕੁਲ, ਤੁਸੀਂ ਮੈਨੂ ਕਾਰਡ ਹੀ ਮੈਂ ਬੋਲਾਂਗਾ ਕਿਉਂਕਿ ਮੈਨੀਫੈਸਟੋ ਤਾਂ ਲੱਗਦਾ ਹੀ ਨਹੀਂ, ਮੈਨੂਫੈਸਟੋ ਲੱਗਦਾ ਕਿ ਮੈਨੂ ਕਾਰਡ ਹੈ ਇੱਕ, ਜਿਵੇਂ ਹੋਟਲਸ ਦੇ ਵਿੱਚ ਆਉਂਦਾ ਲੁਕਰੇਟਿਵ ਆਫਰਸ ਦੇ ਰਹੇ ਨੇ, ਅਸੀਂ ਆਹ ਦੇਵਾਂਗੇ, ਅਸੀਂ ਉਹ ਦੇਵਾਂਗੇ। ਖੈਰ ਦੇਖੋ ਕੀ ਮਾਹੌਲ ਬਣਦਾ ਸਾਰਾ। ਖੈਰ ਇਹ ਤਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ NRIs ਹਮੇਸ਼ਾ ਨਾਲ ਖੜੇ ਰਹਿੰਦੇ ਨੇ ਪੰਜਾਬ ਦੇ। ਤੁਹਾਨੂੰ ਲੱਗਦਾ ਕਿ ਇਹ ਜੋ ਨਵਾਂ ਸਾਰਾ ਸਿਸਟਮ ਬਣੇਗਾ, ਨਵੀਆਂ ਪਾਲਿਸੀਜ਼ ਆਉਣਗੀਆਂ, ਅਸੀਂ ਦੇਖਦੇ ਹਾਂ ਕਿ ਇਸ ਵਕਤ ਪੰਜਾਬ ਨੂੰ ਇਨਵੈਸਟਮੈਂਟ ਦੀ ਲੋੜ ਹੈ, ਪੂੰਜੀ ਨਿਵੇਸ਼ ਹੋਵੇ, ਬਾਹਰ ਦੀ ਧਰਤੀ ਤੋਂ ਆਵੇ। ਡੂ ਯੂ ਥਿੰਕ ਕਿ ਜੋ ਸਾਡਾ ਪੰਜਾਬੀ ਭਾਈਚਾਰਾ ਬਾਹਰ ਬੈਠਾ ਹੈ, ਸਾਡੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਬੈਠਾ ਹੈ, ਤਾਂ ਉੱਥੋਂ ਪੂੰਜੀ ਨਿਵੇਸ਼ ਹੋਏਗਾ? ਕਿਉਂਕਿ 3 ਤਰ੍ਹਾਂ ਦੇ ਪੰਜਾਬ ਨੇ। ਇੱਕ ਪੰਜਾਬ ਜਿੱਥੇ ਅਸੀਂ ਬੈਠੇ ਹਾਂ, ਜਿੱਥੇ ਪੰਜਾਬ ਹੈ। ਦੂਜਾ ਪੰਜਾਬ ਉਹ ਹੈ ਜਿਹੜਾ ਭਾਰਤ ਦੇ ਵਿੱਚ, ਇੰਡੀਆ ਦੇ ਥਾਂ ਦੇ ਉੱਤੇ ਪੰਜਾਬੀ ਬੈਠੇ ਨੇ, ਦੂਜਾ ਪੰਜਾਬ। ਤੀਜਾ ਪੰਜਾਬ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਨੇ, ਉਹ ਤੀਸਰਾ ਪੰਜਾਬ। ਕਿਉਂਕਿ ਪੰਜਾਬੀ ਜਿੱਥੇ ਜਾਂਦਾ ਪੰਜਾਬ ਨੂੰ ਨਾਲ ਲੈ ਕੇ ਜਾਂਦਾ। ਤਾਂ ਵਿਦੇਸ਼ਾਂ ਤੋਂ ਪੂੰਜੀ ਨਿਵੇਸ਼ ਇੰਡੀਆ ਵਿੱਚ ਪੰਜਾਬ ਦੇ ਵਿੱਚ ਹੋਏਗਾ। ਤੁਹਾਨੂੰ ਲੱਗਦਾ ਕਿ ਪੋਲੀਟੀਕਲ ਸਟੇਬਿਲਿਟੀ ਆਏਗੀ? ਸਾਨੂੰ ਸਿਰਫ ਇੱਕ ਅੱਖਰ ਦੇਣਾ ਪੈਣਾ ਹੈ, ਸਿਰਫ ਇੱਕ ਅੱਖਰ, ਉਹਨੂੰ ਕਹਿੰਦੇ ਸੈਂਸ ਆਫ ਸਿਕਿਉਰਿਟੀ। ਯੈਸ, ਉਹ ਦਵੋਗੇ ਤੇ ਇਹ ਲੋਕ ਪਹਿਲਾਂ ਵੀ ਇੱਥੇ ਹੀ ਸੀ। ਵੈਰੀ ਟਰੂ। ਪਹਿਲਾਂ ਵੀ ਸਾਰਾ ਕੁਝ ਇੱਥੇ ਹੀ ਵਾਪਸ ਕਰਦੇ ਸੀ, ਪਹਿਲਾਂ ਵੀ ਨਾਲ ਦੀਆਂ ਲੱਗਦੀਆਂ ਜ਼ਮੀਨਾਂ ਇਹੀ ਸਾਂਭਦੇ ਸੀ, ਪਹਿਲਾਂ ਵੀ ਜਿਹੜੇ ਇਹ ਰੁਜ਼ਗਾਰ ਦੇ ਮੌਕੇ ਬਣਾਉਂਦੇ ਸੀ। ਸੋ NRIs ਦਾ ਹਮੇਸ਼ਾ ਦ ਵੇ ਵੀ ਗਰੋ ਅਪ, ਬਿਕੋਜ਼ ਅਸੀਂ ਮਿੱਟੀ 'ਚ ਜੰਮੇ ਪਲੇ ਹਾਂ। ਸੋ ਅਸੀਂ ਦ ਵੇ ਵੀ ਗਰੋ ਅਪ, ਅਸੀਂ ਵੀ ਟਰਾਈ ਟੂ ਰਿਮੇਨ ਸੇਮ। ਸਾਡੀ ਟੈਂਡੈਂਸੀ ਹੈ ਕਿ ਅਸੀਂ ਉਹਨਾਂ ਰੂਟਸ ਵੱਲ ਨੂੰ ਹੀ ਭੱਜਦੇ ਹਾਂ। ਸੋ ਜਿਹੜੇ ਬੂਟੇ ਇੱਥੋਂ ਉੱਠ ਕੇ ਬਾਹਰ ਗਏ ਨੇ, ਜੜ੍ਹਾਂ ਉਹਨਾਂ ਦੀਆਂ ਇੱਥੇ ਹੀ ਨੇ। ਸੋ ਇਹਨਾਂ ਨੂੰ ਮੌਕਾ ਚਾਹੀਦਾ ਆ, ਉਹਨਾਂ ਨੂੰ ਇੰਨਾ ਕੁ ਜਗ੍ਹਾ ਚਾਹੀਦੀ ਆ, ਉਹ ਰੀਪਲਾਂਟੇਸ਼ਨ ਨੂੰ ਬਿਲਕੁਲ ਰੈਡੀ ਨੇ। ਬਿਕੋਜ਼ ਅਸੀਂ ਮਾਹੌਲ ਇੰਨਾ ਕੁ ਇਨਸਿਕਿਉਰ ਕਰਤਾ। ਬਿਲਕੁਲ ਸਹੀ। ਅਸੀਂ ਉਹਨਾਂ ਨੂੰ ਇਹ ਦੱਸਤਾ ਕਿ ਤੁਹਾਡੀਆਂ ਜ਼ਮੀਨਾਂ ਵੀ ਦੱਬੀਆਂ ਜਾਣੀਆਂ, ਤੁਹਾਡੀਆਂ ਕਿਤੇ ਬੈਂਕਾਂ 'ਚ ਪੈਸਾ ਪਿਆ ਉਹ ਵੀ ਖਤਮ ਹੋ ਜਾਣਾ ਹੈ। ਸੋ ਉਹ ਜਿਹੜੀ ਇਨਸਿਕਿਉਰਿਟੀ ਅਸੀਂ ਚਾਹੀਦੀ ਸੀ, ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਨੀ ਉਹਨਾਂ ਨੂੰ, ਔਰ ਅਸੀਂ ਦਿੱਤੀ ਉਹਨਾਂ ਨੂੰ ਇਨਸਿਕਿਉਰਿਟੀ, ਜਿਹਦਾ ਕਰਕੇ ਕਿ ਉਹਨਾਂ ਦੇ ਗਾਂ ਆਉਣ ਵਾਲੇ ਅੱਗੇ ਕਿਤੇ ਨਾ ਕਿਤੇ ਅਸੀਂ ਪਿੱਛੇ ਨਾ ਪਿੱਛੇ ਕੋਈ ਨਿਸ਼ਾਨਾ ਛੱਡਦੇ ਸੀ, ਉਹ ਸਾਰਾ ਕੁਝ ਪੱਟ ਕੇ ਲਈ ਜਾਣ ਲੱਗ ਪਏ। ਅਸੀਂ ਉਸ ਮਾਹੌਲ ਤੱਕ ਲੈ ਆਏ ਹਾਂ। ਯੈਸ। ਸੋ ਸਾਨੂੰ ਉਸ ਲੈਵਲ ਤੱਕ, ਬਿਕੋਜ਼ ਇਹ ਰਾਤੋਂ ਰਾਤ ਹੋਣ ਵਾਲਾ ਨਹੀਂ ਆ। ਤੁਹਾਨੂੰ ਲੌਂਗ ਟਰਮ ਦੇ ਵਿੱਚ ਅਗਰ ਸੋਚੋਗੇ, ਬਾਹਰ ਸੋਸ਼ਲ ਸਿਕਿਉਰਿਟੀ ਨੰਬਰਸ ਨੇ US ਵਿੱਚ ਚੱਲਦੇ, ਤੇ ਸਾਡੇ ਇਹ ਅੱਖਰ ਹਾਲੇ ਦਿਸਦਾ ਹੀ ਹੈ ਨਹੀਂ ਹੈ। ਯੈਸ। ਸੋ ਸਾਨੂੰ ਇਹ ਅੱਖਰ ਚਾਹੀਦਾ ਹੈ ਜਿਹਦੇ ਨਾਲ ਤੁਸੀਂ ਵੇਖੋਗੇ ਆਉਣ ਵਾਲਾ ਸਮਾਂ ਬਿਹਤਰ ਹੋਏਗਾ। ਬਿਲਕੁਲ, ਕਿਉਂਕਿ ਯੂ ਆਰ ਵੈਰੀ ਟਰੂ, ਕਿਉਂਕਿ ਸਿਕਿਉਰਿਟੀ ਚਾਹੀਦੀ ਹੈ, ਇਨਵੈਸਟਮੈਂਟ ਕਰਨੀ ਆ। ਕਈ ਵਾਰ ਕਹਿੰਦੇ ਨੇ ਕਿ ਸਾਰੇ ਬਾਹਰ ਜਾ ਰਹੇ ਨੇ, ਮੇਰਾ ਅਕਸਰ ਵਿਚਾਰ ਹੁੰਦਾ ਕੋਈ ਕਿਤੇ ਨਹੀਂ ਗਿਆ, ਸਾਰੇ ਇੱਥੇ ਹੀ ਨੇ। ਕਿਉਂਕਿ ਟੈਕਨੋਲੋਜੀ ਹੈ, ਤੁਸੀਂ ਜਦੋਂ ਤੁਹਾਡਾ ਜੀ ਕਰੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਤੇ ਜਦੋਂ ਤੁਸੀਂ ਦੇਖੋਗੇ ਕਿ ਇੱਥੇ ਰਹਿਣਾ ਫਰੂਟਫੁਲ ਹੈ, ਬਿਲਕੁਲ ਸਿਕਿਉਰਿਟੀ ਜਿਵੇਂ ਤੁਸੀਂ ਕਿਹਾ। ਵੈਸੇ ਵੀ ਮੁਲਕ ਤੇ ਪੋਲੀਟੀਕਲ ਬਾਉਂਡਰੀਜ਼ ਨੇ, ਅਸਲ 'ਚ ਅਸੀਂ ਸਾਰੇ ਇੱਕੋ ਕਾਇਨਾਤ ਦੇ ਵਾਲੀ ਵਾਰਸ ਹਾਂ, ਜਿਹਨੂੰ ਅਸੀਂ ਦੁਨੀਆ ਕਹਿੰਦੇ ਆ। ਇਹ ਅਸਲ 'ਚ ਇੱਕ ਸਿੰਗਲ ਘਰ ਧਰਤੀ ਹੈ। ਉਹ ਗਾਂ ਡਿਵੀਜ਼ਨਸ ਨੇ, ਤੁਹਾਡੀ ਗਲੀ ਵਿੱਚ ਵੀ ਹੈ, ਤੁਹਾਡੇ ਭਾਈਆਂ ਨਾਲ ਵੀ ਕੰਧ ਵਿੱਚ ਹੋਈ ਪਈ ਆ, ਸਾਡੇ ਪਾਕਿਸਤਾਨ ਨਾਲ ਵੀ ਹੋਈ ਪਈ ਹੈ। ਸੋ ਮਤਲਬ ਪੰਜਾਬ ਐਡਾ ਸੀ, ਐਡਾ ਕਰਤਾ, ਉਹ 'ਚੋਂ ਇੰਨਾ ਮਤਲਬ ਜੋ ਵੀ ਆ, ਅਲਟੀਮੇਟਲੀ ਪੰਜਾਬੀਅਤ ਨਹੀਂ ਖਤਮ ਹੋਣੀ। ਸੋ ਜਿਹੜਾ ਤੁਹਾਡਾ ਵਿਰਸਾ, ਜਿਹੜਾ ਤੁਹਾਡਾ ਮਾਹੌਲ ਆ, ਜਿਹੜਾ ਤੁਹਾਡਾ ਖੁੱਲ੍ਹਾਪਣ ਆ, ਉਹ ਨਹੀਂ ਖਤਮ ਹੋਣਾ। ਬਾਉਂਡਰੀਜ਼ ਜਿੱਦਾਂ ਦੀਆਂ ਮਰਜ਼ੀ ਆਈ ਜਾਣ। ਬਿਲਕੁਲ, ਇੱਕ ਧਰਤੀ ਦੇ ਉੱਤੇ ਅਸੀਂ ਬਾਉਂਡਰੀਜ਼ ਬਣਾਈਆਂ ਹੋਈਆਂ। ਇੱਕ ਛੋਟਾ ਜਿਹਾ ਇਹਦੇ ਤੇ ਮਜ਼ਾਕ ਹੈ ਕਿ ਇੱਕ ਬੰਦੇ ਨੇ ਨਾ ਆਪਣੇ ਕਮਰੇ ਦੇ ਵਿੱਚ ਲਾਈਨਾਂ ਖਿੱਚੀਆਂ ਹੋਈਆਂ ਸੀ ਫਰਸ਼ ਦੇ ਉੱਤੇ। ਕਹਿੰਦਾ ਇਹ ਬੈਡਰੂਮ ਹੈ, ਇਹ ਡਰਾਇੰਗ ਰੂਮ ਹੈ, ਇਹ ਵਾਸ਼ਰੂਮ ਹੈ, ਇਹ ਕਿਚਨ ਹੈ। ਕਹਿੰਦਾ ਭਾਜੀ ਇਹ ਤੁਸੀਂ ਫਰਸ਼ ਦੇ ਉੱਤੇ ਲਾਈਨਾਂ ਖਿੱਚਣ ਨਾਲ ਇਹ ਕਿੱਦਾਂ ਵਾਸ਼ਰੂਮ ਤੇ ਇਹ ਕਿੱਦਾਂ ਕਿਚਨ ਬਣ ਸਕਦੀ? ਕਹਿੰਦਾ ਕਿਉਂ? ਲਾਈਨਾਂ ਖਿੱਚਣ ਨਾਲ ਧਰਤੀ ਦੇ ਉੱਤੇ ਦੇਸ਼ ਬਣ ਸਕਦੇ ਨੇ। ਮੈਂ ਤਾਂ ਕਮਰੇ ਤੇ ਵਾਸ਼ਰੂਮ ਤੇ ਬੈਡਰੂਮ ਹੀ ਬਣਾਏ ਨੇ। ਸੋ ਇਹਦਾ ਮਜ਼ਾਕ ਚੱਲਦੇ ਰਹਿਣਗੇ। ਸੋ ਇਹ ਬਹੁਤ ਵਧੀਆ ਤੁਸੀਂ ਕਿਹਾ ਕਿ ਸਿਕਿਉਰਿਟੀ ਹੋ ਜਾਏ ਤਾਂ ਵਾਕਈ ਸਾਰਾ ਪੰਜਾਬੀ ਭਾਈਚਾਰਾ ਇੱਥੇ ਹੀ ਹੈ। ਮੁੜ ਕੇ ਵੀ ਆ ਸਕਦੇ ਨੇ ਕਿ ਅਸੀਂ ਚੱਲੇ ਹਾਂ ਜੀ ਆਪਣੇ ਪੰਜਾਬ, ਸੰਤਾ ਉੱਥੇ ਬੱਲੇ ਬੱਲੇ। ਸਾਨੂੰ ਤਾਂ ਸਰੋਂ ਦਾ ਸਾਗ ਯਾਦ ਆਉਂਦਾ, ਲੱਸੀ ਯਾਦ ਆਉਂਦੀ ਆ। ਰਿਟਾਇਰ ਜਿਹੜੇ ਪੁਰਾਣੇ ਬਜ਼ੁਰਗ ਸਾਡੇ ਬਾਹਰ ਰਹਿ ਕੇ ਖੁਸ਼ ਨਹੀਂ ਹੁੰਦੇ, ਬਿਕੋਜ਼ ਲੋਨਲੀਨੈਸ ਆ ਉੱਥੇ। ਯੈਸ। ਸੋ ਉੱਥੇ ਉਹ ਖੁੰਡ ਚਰਚਾ ਨਹੀਂ ਹੈਗੀ, ਉੱਥੇ ਉਹ ਤਾਸ਼ ਦੇ ਪੱਤੇ ਨਹੀਂ ਹੈਗੇ, ਉੱਥੇ ਬੋੜ ਪਿੱਪਲ ਨਹੀਂ ਹੈਗੇ, ਉੱਥੇ ਪਿੰਡ ਦੇ ਵਿੱਚ
ਇੱਕ ਚੌਂਕ ਨਹੀਂ ਬਣਿਆ ਪਿਆ ਜਿੱਥੇ ਸਾਰੇ ਦੁਪਹਿਰਾ ਕੱਟਦੇ ਆ। ਸੋ ਜਿਹੜੀ ਉਹ ਵਾਲੀ ਲਾਈਫ ਜਿਹੜੇ ਬਜ਼ੁਰਗ ਨੇ ਜਦੋਂ ਤੁਸੀਂ ਫ੍ਰੀ ਟਾਈਮ ਦੇ ਵਿੱਚ ਹੋ ਜਾਂਦੇ ਹੋ, ਸੋ ਉਹ ਵਾਲਾ ਸਮਾਂ ਉਹ ਬਹੁਤ ਭਾਰੀ ਹੁੰਦਾ ਹੈ। ਸੋ ਉਹ ਲੋਕ ਪੱਕਾ ਹੀ ਆਉਣਾ ਚਾਹੁੰਦੇ ਆ, ਬਟ ਜਿੱਦਾਂ ਦੀ ਸੈਂਸ ਆਫ ਸਿਕਿਉਰਿਟੀ ਚਾਹੁੰਦੇ ਨੇ ਉੱਦਾਂ ਦੀ ਸਾਨੂੰ ਦੇਣੀ ਪਏਗੀ। ਮੈਂ ਬਿਲਕੁਲ ਤੁਹਾਡੇ ਨਾਲ ਇਤਫਾਕ ਰੱਖਦਾ, ਯੂ ਆਰ ਵੈਰੀ ਟਰੂ। ਮੈਂ ਆ ਤਾਸ਼ ਦੇ ਪੱਤਿਆਂ ਦੀ ਤੁਸੀਂ ਗੱਲ ਕੀਤੀ, ਮੈਂ ਸਰਦੀਆਂ 'ਚ ਦੇਖਿਆ ਹੋਇਆ ਇੱਕ ਗਾਰਡਨ ਆ, ਇੱਕ ਤੁਸੀਂ ਕਹਿ ਸਕਦੇ ਹੋ, ਉਹਦੇ 'ਚ ਬੈਠੇ ਨੇ ਸਾਰੇ ਬਜ਼ੁਰਗ ਤੇ ਤਾਸ਼ ਦੇ ਪੱਤੇ ਖੇਡਦੇ ਪਏ ਨੇ, ਤੇ ਨਾਲ ਪਤਾ ਕੀ ਰੱਖਿਆ ਹੋਇਆ ਉਹਨਾਂ ਨੇ, ਸ਼ਲਗਮਾਂ ਦਾ, ਗਾਜਰਾਂ ਦਾ ਤੇ ਗੋਭੀ ਦਾ ਅਚਾਰ ਮਿੱਠਾ, ਤੇ ਸਭ ਤਾਂ ਆਮ ਚੀਜ਼ ਆ, ਹਰ ਪਿੰਡ 'ਚ ਹੁੰਦੀ ਹੈ। ਇੱਕ ਪਾਸੇ ਲੂਣ ਵਾਲਾ, ਤੇ ਨਾਲ ਉਹ ਵੀ ਛਕਦੇ ਪਏ ਨੇ ਤੇ ਨਾਲ ਖੇਡਦੇ ਪਏ ਨੇ ਤੇ ਨਾਲ ਆਵਾਜ਼ਾਂ ਮਾਰਦੇ ਪਏ ਨੇ, ਉਹ ਲੱਸੀ ਵੀ ਲੈ ਕੇ ਆਈ ਓਏ। ਸੋ ਇਹ ਮਾਹੌਲ ਸਾਨੂੰ ਇੱਥੇ ਮਿਲੇਗਾ। ਯੂ ਆਰ ਵੈਰੀ ਟਰੂ, ਸਿਕਿਉਰਿਟੀ ਚਾਹੀਦੀ ਆ। ਸੋ ਬਹੁਤ ਵਧੀਆ ਲੱਗਾ, ਬਹੁਤ ਇਨਫੋਰਮੇਸ਼ਨ ਮਿਲੀ, ਬਹੁਤ ਇਨਫੋਰਮੇਟਿਵ ਹੈ ਤੁਹਾਡਾ ਇਹ ਸਾਰਾ ਗੱਲਬਾਤ ਦਾ ਸਾਰਾ ਸਿਲਸਿਲਾ। ਹੋਪਫੁਲੀ ਅਸੀਂ ਹੋਰ ਅੱਗੇ ਟਾਕਸ ਤੁਹਾਡੇ ਨਾਲ ਲੈ ਕੇ ਆਉਂਦੇ ਰਵਾਂਗੇ ਪੰਜਾਬ ਐਬਰੋਡ ਦੇ ਵਿੱਚ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਔਰ ਸਾਨੂੰ ਖੁਸ਼ੀ ਹੈ ਕਿ ਤੁਸੀਂ ਹਮੇਸ਼ਾ ਪੰਜਾਬ ਐਬਰੋਡ ਦਾ ਹਿੱਸਾ ਬਣਦੇ ਹੋ। ਆਪਣੇ ਵਿਚਾਰ, ਆਪਣੀਆਂ ਕੁਐਰੀਜ਼ ਤੁਸੀਂ ਸਾਡੇ ਇਨਬਾਕਸ ਦੇ ਵਿੱਚ ਸਾਨੂੰ ਭੇਜ ਸਕਦੇ ਹੋ, ਤਾਂ ਅਸੀਂ ਉਹਦਾ ਇੰਤਜ਼ਾਰ ਕਰਾਂਗੇ। ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਾਂ ਕਿ ਜਲਦੀ ਹੀ ਇੱਕ ਨਵਾਂ ਐਪੀਸੋਡ ਲੈ ਕੇ ਪੰਜਾਬ ਐਬਰੋਡ ਦਾ ਤੁਹਾਡੇ ਹੋਵਾਂਗੇ ਰੂਬਰੂ। ਉਦੋਂ ਤੱਕ ਤੁਸੀਂ ਜੁੜੇ ਰਹੋ ਹੋਰ ਨਵੀਆਂ ਅਪਡੇਟਸ ਦੇ ਨਾਲ, ਜੋ ਤੁਸੀਂ ਪੰਜਾਬ ਮੇਲ USA TV ਤੇ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ।